ਡੇਲੀ ਨਜ਼ਰ ਨਿਊਜ਼ ਦੀ ਖਾਸ ਪੇਸ਼ਕਸ਼ ਦਰਸ਼ਨ ਧਾਰਮਿਕ ਸਥਾਨਾਂ ਦੇ। ਅੱਜ ਤੁਹਾਨੂੰ ਉਸ ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਪੱਲਾ ਜੀ ਦੇ ਦਰਸ਼ਨ ਕਰਵਾਵਾਂਗੇ, ਜਿੱਥੇ ਬਾਬਾ ਪੱਲਾ ਜੀ ਤੇ ਬਤਾਲੇ ਦੀਆਂ ਸੰਗਤਾਂ ਨੂੰ ਤਾਰਿਆ ਸੀ। ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਬਤਾਲਾ, ਜਿੱਥੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੇਵਕ ਸਤਿਕਾਰਯੋਗ ਮਾਤਾ ਸੰਤੀ ਜੀ ਤੇ ਉਹਨਾਂ ਦੇ ਸਪੁੱਤਰ ਭਗਤ ਬਾਬਾ ਪੱਲਾ ਜੀ ਗੁਰੂ ਜੀ ਨੂੰ ਬਹੁਤ ਪਿਆਰ ਕਰਦੇ ਹੋਏ ਤੁਰ ਅੰਦਰੋਂ ਯਾਦ ਕਰਿਆ ਕਰਦੇ ਸਨ। ਮਾਤਾ ਸੰਤੀ ਜੀ ਗੁਰੂ ਨਾਨਕ ਸਾਹਿਬ ਦੇ ਘਰ 'ਤੇ ਪੂਰਨ ਵਿਸ਼ਵਾਸ ਰੱਖਿਆ ਕਰਦੇ ਸਨ। ਸਖੀ ਸਰਵਰ ਦੇ ਸਮੂਹ 'ਚ ਰਹਿ ਕੇ ਵੀ ਬਾਣੀ ਨਾਲ ਜੁੜੇ ਰਹਿੰਦੇ ਸਨ ਤੇ ਗੁਰੂ ਜੀ ਦੀ ਬੇਸਬਰੀ ਨਾਲ ਉਡੀਕ ਕਰਿਆ ਕਰਦੇ ਸਨ। ਗੁਰੂ ਜੀ ਬਤਾਲਾ ਪਹੁੰਚ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਇਹ ਮਨ ਵਿੱਚ ਇੱਛਾ ਸੀ। ਭਗਤ ਬਾਬਾ ਪੱਲਾ ਜੀ ਨੂੰ ਮਾਤਾ ਜੀ ਦੇ ਸਿੱਖਿਆ ਅਨੁਸਾਰ ਆਪਣੇ ਹਲ ਨਾਲ ਗੁੜ ਦੀ ਰੋੜੀ ਤੇ ਰੁਪਈਆ ਬੰਨ੍ਹ ਕੇ ਖੇਤਾਂ ਵਿੱਚ ਕੰਮ ਕਰਿਆ ਕਰਦੇ ਸਨ। ਆਖਰ ਉਹ ਭਾਗਾਂ ਭਰਿਆ ਦਿਨ ਆ ਹੀ ਗਿਆ। ਗੁਰੂ ਜੀ 15 ਫੱਗਣ 1665 ਬਿਕਰਮੀ ਨੂੰ ਸਿੱਖਾਂ ਸਮੇਤ ਬਤਾਲਾ ਪਿੰਡ ਪੁੱਜ ਜਾਂਦੇ ਨੇ, ਜਿੱਥੇ ਮਾਤਾ ਜੀ ਤੇ ਬਾਬਾ ਪੱਲਾ ਜੀ ਨੇ ਰੱਜ ਕੇ ਦਰਸ਼ਨ ਕੀਤੇ। ਗੁਰੂ ਜੀ ਨੇ ਮਾਤਾ ਸੰਤੀ ਜੀ ਨੂੰ ਉਪਦੇਸ਼ ਦਿੱਤਾ ਕਿ ਸੰਗਤਾਂ ਲਈ ਤਿਆਰ ਕੀਤਾ ਜਾਵੇ। ਮਾਤਾ ਜੀ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਜਿੰਨਾ ਕੁ ਆਟਾ ਤੇ ਦਾਲ ਸੀ ਉਸ ਦਾ ਲੰਗਰ ਤਿਆਰ ਕਰ ਦਿੱਤਾ। ਸਖੀ ਸਰਵਰੀਏ ਹੈਰਾਨ ਸਨ, ਗਰੀਬ ਪੱਲਾ ਕਿੱਥੋਂ ਲੰਗਰ ਛਕਾਏਗਾ, ਪਰ ਜਿੱਥੇ ਗੁਰੂ ਜੀ ਆਪ ਹੋਣ ਕਦੇ ਵੀ ਤੋਟ ਨਹੀਂ ਆਉਂਦੀ। ਸਭ ਤੋਂ ਪਹਿਲਾਂ ਤਮਾਸ਼ਬੀਨ ਲੋਕਾਂ ਨੂੰ ਲੰਗਰ ਛਕਾਇਆ ਅਤੇ ਬਾਅਦ ਵਿੱਚ ਗੁਰੂ ਜੀ ਤੇ ਸਿੱਖਾਂ ਨੇ ਛਕਿਆ। ਗੁਰੂ ਜੀ ਨੇ ਨਿਹਾਲ ਹੋ ਕੇ ਬਤਾਲੇ ਦੀਆਂ ਸੰਗਤਾਂ ਨੂੰ ਇੱਕ ਤੋਂ ਸੰਸ ਹੋਣ ਦਾ ਵਰ ਦੇ ਕੇ ਨਵਾਜਿਆ, ਜਿੱਥੇ ਅੱਜ ਵੀ ਫੱਗਣ ਦੀ ਸੰਗਰਾਂਦ ਵਾਲੇ ਦਿਨ ਤੋਂ ਲੜੀਆਂ ਦੇ ਰੂਪ ਵਿੱਚ ਕਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਹਰ ਸਾਲ 15 ਫੱਗਣ ਨੂੰ 3 ਰੋਜ਼ਾ ਭਾਰੀ ਜੋੜ ਮੇਲਾ ਕਰਵਾਇਆ ਜਾਂਦਾ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਉਹਨਾਂ ਤੋਂ ਬਾਅਦ ਲੋੜਵੰਦ ਧੀਆਂ ਦੇ ਆਨੰਦ ਕਾਰਜ ਵੀ ਕੀਤੇ ਜਾਂਦੇ ਹਨ। ਲੋੜਵੰਦਾਂ ਨੂੰ ਸਮਾਨ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਡੇਲੀ ਨਜ਼ਰ ਨਿਊਜ਼ MD ਸਤਨਾਮ ਸਿੰਘ, ਕੈਮਰਾਮੈਨ ਖੁਸ਼ਪ੍ਰੀਤ ਸਿੰਘ। ਇਸ ਵੇਲੇ ਇਤਿਹਾਸਕ ਸਥਾਨ ਬਾਬਾ ਪੱਲਾ ਜੀ ਅੰਮ੍ਰਿਤਸਰ ਡਿਸਟ੍ਰਿਕਟ ਦਾ ਇਹ ਇਤਿਹਾਸਕ ਸਥਾਨ ਹੈ, ਜਿੱਥੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਆ ਪਹੁੰਚੇ ਨੇ। ਬਾਬਾ ਪੱਲਾ ਜੀ ਨੇ ਉਹਨਾਂ ਨੂੰ ਯਾਦ ਕੀਤਾ ਤੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਆਪ ਚੱਲ ਕੇ ਆਏ ਨੇ ਤੇ ਬਤਾਲੇ ਦੀਆਂ ਸੰਗਤਾਂ ਨੂੰ ਇੱਕ ਤੋਂ ਸਹੰਸ ਹੋਣ ਦਾ ਵਰ ਦਿੱਤਾ। ਇੱਥੋਂ ਦੇ ਹੈੱਡ ਗ੍ਰੰਥੀ ਸਰਦਾਰ ਬਲਦੀਪ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ। ਆਓ ਇੱਥੋਂ ਦੇ ਇਤਿਹਾਸ ਬਾਰੇ ਉਹਨਾਂ ਕੋਲ ਜਾਣਕਾਰੀ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਬਾਬਾ ਪੱਲਾ ਜੀ ਦੀ ਥੋੜੀ ਹਿਸਟਰੀ ਬਾਰੇ ਸੰਖੇਪ ਜੀ ਜਾਣਕਾਰੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਪੱਲਾ ਜੀ ਅਤੇ ਮਾਤਾ ਸੰਤੀ ਜੀ ਜੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਦੇ ਅਨੰਨ ਪਿਆਰੇ ਗੁਰਸਿੱਖ ਹੋਏ ਨੇ। ਮਾਤਾ ਸੰਤੀ ਜੀ ਅੰਮ੍ਰਿਤਸਰ ਇਲਾਕੇ ਤੋਂ ਇਸ ਨਗਰ ਬਤਾਲੇ ਵਿੱਚ ਵਿਆਹੇ ਆਏ। ਭਾਵੇਂ ਕਿ ਉਹਨਾਂ ਦੇ ਸਹੁਰੇ ਪਰਿਵਾਰ ਗੁਰੂ ਘਰ ਨਾਲ ਜੁੜੇ ਹੋਏ ਸੀ, ਪੇਕੇ ਪਰਿਵਾਰ ਤੇ ਜਿਹੜੇ ਸਹੁਰੇ ਪਰਿਵਾਰ ਵਿੱਚ ਆਏ ਇਸ ਬਤਾਲੇ ਨਗਰ ਵਿੱਚ, ਇਹ ਸਰਵਰੀਆਂ ਨੂੰ ਮੰਨਦੇ ਸੀ, ਬੁੱਤਾਂ ਨੂੰ ਪੂਜਦੇ ਸੀ। ਉਹਨਾਂ ਨੇ
ਮਾਤਾ ਸੰਤੀ ਜੀ ਦੇ ਉੱਪਰ ਪ੍ਰਭਾਵ ਪਾਉਣਾ ਚਾਹਿਆ ਕਿ ਜਿਹੜੀ ਸਾਡੀ ਨਵੀਂ ਨੂੰਹ ਹੈ ਜੀ ਉਹ ਵੀ ਇਹ ਬੁੱਤਾਂ ਨੂੰ ਪੂਜੇ, ਸਰਵਰੀਆਂ ਨੂੰ ਮੰਨੇ। ਪਰ ਮਾਤਾ ਸੰਤੀ ਜੀ ਦਾ ਜਿਹੜਾ ਅਸੀਂ ਪਿਆਰ ਸੀ ਗੁਰੂ ਘਰ ਦੇ ਨਾਲ ਸੀ, ਇਸ ਕਰਕੇ ਆਪਣੇ ਸਹੁਰੇ ਪਰਿਵਾਰ ਦੇ ਕਹਿਣ ਤੇ ਵੀ ਉਹ ਬੁੱਤਾਂ ਨੂੰ ਨਹੀਂ ਪੂਜਦੇ, ਸਗੋਂ ਬਾਣੀ ਪੜ੍ਹਦੇ ਸੀ, ਨਾਮ ਜਪਦੇ ਸੀ। ਪਰਮਾਤਮਾ ਨੇ ਕਿਰਪਾ ਕੀਤੀ, ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ, ਬਾਬਾ ਪੱਲਾ ਜੀ ਜਿਨ੍ਹਾਂ ਦਾ ਨਾਮ ਰੱਖਿਆ ਗਿਆ। ਤੇ ਕੁਝ ਸਮੇਂ ਬਾਅਦ ਮਾਤਾ ਸੰਤੀ ਜੀ ਦੇ ਪਤੀ ਪਰਮੇਸ਼ਰ ਚੜ੍ਹਾਈ ਕਰ ਜਾਂਦੇ ਨੇ। ਪਰ ਜਿਵੇਂ ਬਾਣੀ ਦੇ ਵਿੱਚ ਹੁਕਮ ਹੈ, ਦੁੱਖ ਸੁੱਖ ਤੇਰੀ ਆਗਿਆ ਪਿਆਰੇ ਦੂਜੀ ਨਾ ਹੀ ਜਾਏ, ਉਸ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹੋਏ ਮਾਤਾ ਸੰਤੀ ਜੀ ਜਿੱਥੇ ਉਹਨਾਂ ਨੇ ਕਮਾਈ ਕੀਤੀ, ਮਿਹਨਤ ਕੀਤੀ, ਆਪਣੇ ਬੱਚੇ ਨੂੰ ਪਾਲਿਆ, ਆਪਣਾ ਜੀਵਨ ਬਸਰ ਕੀਤਾ। ਪਿੰਡ ਦੇ ਲੋਕ ਜਿਹੜੇ ਸਨ ਉਹ ਸਰਵਈਏ ਨੂੰ ਮੱਥਾ ਟੇਕਣ ਵਾਸਤੇ ਜਾਂ ਧੌਂਕਲੀ ਦਾ ਤਲ ਚੁੰਮਣ ਵਾਸਤੇ ਜਾਂਦੇ ਸੀ। ਤੇ ਮਾਤਾ ਸੰਤੀ ਤੇ ਬਾਬਾ ਪੱਲਾ ਜੀ ਨੂੰ ਲੋਕ ਕਹਿੰਦੇ ਸੀ ਆਓ ਚੱਲੀਏ। ਤੇ ਬੜੀ ਵਾਰ ਉਹਨਾਂ ਨੇ ਆਖਿਆ, ਪਰ ਇੰਨਾ ਭਰੋਸਾ ਤੇ ਇੰਨਾ ਸਿਦਕ ਸੀ ਤੇ ਸਿੱਖ ਨੂੰ ਹੋਣਾ ਵੀ ਚਾਹੀਦਾ ਹੈ, ਕਿਉਂਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਅਸੀਂ ਸਿੱਖ ਹਾਂ ਜਿੱਥੇ ਉਹਦੇ ਨਾਲ ਨਾਲ ਨਿਰਮਲ ਪੰਥ ਦੇ ਪਾਂਧੀ ਹਾਂ। ਰੋਜ਼ਾਨਾ ਹੀ ਆਪਾਂ ਵੇਖੋ ਅਰਦਾਸ ਤੋਂ ਬਾਅਦ ਇੱਕ ਦੋਹਰਾ ਪੜ੍ਹਦੇ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਣਾ, ਨਾ ਕਿ ਮੜੀਆਂ ਨੂੰ, ਕਬਰਾਂ ਪੱਥਰਾਂ ਨੂੰ ਨਹੀਂ ਪੂਜਣਾ। ਭਾਵੇਂ ਕਿ ਦੋਹਰਾ ਆਪਾਂ ਅੱਜ ਪੜ੍ਹਦੇ ਹਾਂ, ਪਰ ਦੇਖ ਲਓ ਵੀ ਉਸ ਸਮੇਂ ਵੀ ਮਾਤਾ ਸੰਤੀ ਜੀ ਨੇ ਇਸੇ ਭਰੋਸੇ ਤੇ ਸਿਦਕ ਨੂੰ, ਸਤਿਗੁਰਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਉਹ ਨਾ ਆਪ ਗਏ ਤੇ ਨਾ ਉਹਨਾਂ ਨੇ ਆਪਣੇ ਪੁੱਤਰ ਬਾਬਾ ਪੱਲਾ ਜੀ ਨੂੰ ਧੌਂਕਲੀ ਦੇ ਤਲ ਜਾਂ ਸਰਵਰੀਆਂ ਦੇ ਮੱਥਾ ਟੇਕਣ ਜਾਣ ਦਿੱਤਾ, ਸਗੋਂ ਗੁਰੂ ਘਰ ਦੇ ਨਾਲ ਜੁੜੇ ਰਹੇ। ਫਿਰ ਮਾਤਾ ਸੰਤੀ ਜੀ ਨੂੰ ਉਹਨਾਂ ਦੇ ਪੁੱਤਰ ਬਾਬਾ ਪੱਲਾ ਜੀ ਨੇ ਸਵਾਲ ਕੀਤਾ ਵੀ ਜੇ ਲੋਕ ਆਪਣੇ ਇਸ਼ਟ ਨੂੰ, ਗੁਰੂ ਨੂੰ ਮੰਨਦੇ ਨੇ, ਜਾਂਦੇ ਨੇ, ਤੇ ਜੇ ਆਪਣਾ ਕੋਈ ਗੁਰੂ ਹੈ ਤੇ ਉਹਦੇ ਕੋਲ ਜਾਣਾ ਚਾਹੀਦਾ ਹੈ ਜਾਂ ਗੁਰੂ ਸਾਡੇ ਕੋਲ ਆਵੇ। ਗੱਲ ਤੇ ਬਹੁਤ ਜਾਇਜ਼ ਤੇ ਵਧੀਆ ਸੀ, ਕਿਉਂਕਿ ਬੱਚੇ ਕਈ ਵਾਰ ਸਵਾਲ ਕਰਦੇ ਆ ਤੇ ਕਈ ਉਹਨਾਂ ਦੇ ਸਵਾਲਾਂ ਵਿੱਚ ਰਮਜ ਤੇ ਰਹੱਸ ਬੜਾ ਹੁੰਦਾ ਮਿਲਦਾ। ਸੋ ਮਾਤਾ ਜੀ ਕਹਿਣ ਲੱਗੇ, ਪੁੱਤ ਜੀ ਤੁਹਾਡਾ ਸਵਾਲ ਤੇ ਬਿਲਕੁਲ ਜਾਇਜ਼ ਹੈ, ਪਰ ਅਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ ਤੇ ਨਾ ਹੀ ਸਾਨੂੰ ਗੁਰੂ ਦੇ ਕੋਲ ਜਾਣ ਦੀ ਲੋੜ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਕੋਈ ਭਾਵਨਾ ਕਰਕੇ ਗੁਰੂ ਨੂੰ ਯਾਦ ਕਰਦਾ, ਜਿਵੇਂ ਆਪਾਂ ਅਰਦਾਸ ਦੇ ਵਿੱਚ ਵੀ ਸ਼ਬਦ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰੈ ਘਰ ਨਾਉ ਨਿਧਾਵੇ ਧਾਏ ਸਭ ਥਾਈਂ ਹੋਏ ਸਹਾਇ। ਸੋ ਗੁਰੂ ਨੂੰ ਕੋਈ ਯਾਦ ਕਰੇ ਤੇ ਗੁਰੂ ਉੱਥੇ ਹਾਜ਼ਰ ਹੁੰਦਾ ਹੈ। ਇਸ ਭਰੋਸੇ ਨੂੰ ਲੈ ਕੇ ਮਾਤਾ ਸੰਤੀ ਨੇ ਵਿਸ਼ਵਾਸ ਦਿਵਾਉਂਦਿਆਂ ਹੋਇਆਂ ਬਾਬਾ ਪੱਲਾ ਜੀ ਨੂੰ ਆਖਿਆ ਵੀ ਤੁਸੀਂ ਸਤਿਗੁਰਾਂ ਨੂੰ ਯਾਦ ਕਰੋ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਸ ਵਿਸ਼ਵਾਸ ਨੂੰ ਲੈ ਕੇ ਬਾਬਾ ਪੱਲਾ ਜੀ ਮਾਤਾ ਜੀ ਦੇ ਕੋਲ ਕੁਝ ਭੇਟਾਵਾਂ ਲੈ ਕੇ, ਜਿਵੇਂ ਗੁੜ ਦੀ ਰੋੜੀ, ਰੇਜਾ ਅਤੇ ਹੋਰ ਇਤ ਆਦਿਕ ਜਿਹੜੇ ਸਤਿਗੁਰਾਂ ਨੂੰ ਭੇਟਾ ਕਰਨੇ, ਰੁਪਈਏ ਵਗੈਰਾ, ਤੇ ਗੁਰਮੁਖ ਪਿਆਰਿਓ ਉਹ ਆਪਣੇ ਕੋਲ ਰੱਖਦੇ ਨੇ ਤੇ ਸਾਰੀ ਦਿਹਾੜੀ ਖੇਤਾਂ ਵਿੱਚ ਕੰਮ ਕਰਦੇ ਨੇ। ਤੇ ਜਿਵੇਂ ਬਿਰਥਾ ਕਦੇ ਨਾ ਹੋਵੇ ਜਨ ਕੀ ਅਰਦਾਸ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਹ ਸਮਾਂ ਆਇਆ ਜਦੋਂ ਬਾਬਾ ਪੱਲਾ ਜੀ ਦੀ ਅਰਦਾਸ ਬੇਨਤੀ ਸੁਣੀ ਗਈ, ਉਹਨਾਂ ਦੀ ਜਿਹੜੀ ਘਾਲ ਕਮਾਈ ਸੀ ਥਾਂ ਪੈ ਗਈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਆਪਣੇ ਸਿੱਖ ਸਾਥੀਆਂ ਦੇ ਸਮੇਤ, ਕਈਆਂ ਵਿਦਵਾਨਾਂ ਨੇ 52 ਦੀ ਗਿਣਤੀ ਲਿਖੀ ਵੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਿਸੇ ਪਾਸੇ ਜਾਂਦੇ ਹੁੰਦੇ ਸੀ ਤੇ ਉਹਨਾਂ ਦੇ ਨਾਲ ਤਿਆਰ ਬਰ ਤਿਆਰ 52 ਸਿੱਖ ਜਿਹੜੇ ਸੂਰਬੀਰ ਯੋਧੇ, ਭਾਈ ਬਿਧੀ ਚੰਦ ਵਰਗੇ, ਭਾਈ ਪੁਰਾਣਾ ਤੇ ਪਰਾਗਾ ਵਰਗੇ, ਉਹ ਨਾਲ ਜਾਂਦੇ ਹੁੰਦੇ ਸੀ, ਕਿਉਂਕਿ ਸਤਿਗੁਰੂ ਪਾਤਸ਼ਾਹ ਤਖਤਾਂ ਦੇ ਮਾਲਕ ਨੇ। ਤੇ ਮੈਂ ਸਮਝਦਾ ਵੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਸ ਨਗਰ ਵਿੱਚ ਆਏ ਨੇ, ਉਹਨਾਂ ਦੇ ਨਾਲ ਉਹ ਸੂਰਬੀਰ ਯੋਧੇ ਜਿਨ੍ਹਾਂ ਦੀ ਉਸ ਵੇਲੇ ਗਿਣਤੀ ਹੋ ਸਕਦਾ 52 ਹੀ ਹੋਵੇ, ਉਹਨਾਂ ਨੇ ਇਸ ਨਗਰ ਵਿੱਚ ਸਤਿਗੁਰਾਂ ਦੇ ਸਮੇਤ ਆਉਣਾ ਕੀਤਾ। ਬਾਬਾ ਪੱਲਾ ਜੀ ਜੋ ਭਾਵਨਾ ਸੀ ਸਤਿਗੁਰਾਂ ਨੇ ਆਣ ਕੇ ਪੂਰੀ ਕੀਤੀ। ਆਪ ਆਵਾਜ਼ ਮਾਰ ਕੇ ਆਖਿਆ ਵੀ ਪੱਲਾ ਜੀ ਅਸੀਂ ਆ ਗਏ ਹਾਂ। ਬਾਬਾ ਪੱਲਾ ਜੀ ਸਤਿਗੁਰਾਂ ਦੇ ਦਰਸ਼ਨ ਕਰਕੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਜੋ ਮੇਰੀ ਮਾਤਾ ਜੀ ਨੇ ਆਖਿਆ ਵੀ ਸਤਿਗੁਰੂ ਜੀ ਆਪ ਹੋਣਗੇ, ਸਾਨੂੰ ਜਾਣ ਦੀ ਲੋੜ ਨਹੀਂ। ਤੇ ਮਨ ਗਦ-ਗਦ ਹੋ ਗਿਆ, ਬੜੀ ਖੁਸ਼ੀ ਹੋਈ। ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ, ਜੋ ਮਾਤਾ ਜੀ ਨੇ ਭੇਟਾਵਾਂ ਦਿੱਤੀਆਂ ਉਹ ਵੀ ਅੱਗੇ ਰੱਖੀਆਂ। ਫਿਰ ਸਤਿਗੁਰੂ ਪਾਤਸ਼ਾਹ ਨੇ ਆਖਿਆ ਤੁਸੀਂ ਆਓ ਸਾਡੇ ਨਾਲ ਤੇ ਅਸੀਂ ਤੁਹਾਡੇ ਘਰ ਜਾਣਾ ਹੈ। ਤੇ ਬਾਬਾ ਪੱਲਾ ਜੀ ਹੋਰ ਖੁਸ਼ ਹੋ ਗਏ। ਅੱਗੇ ਬਾਬਾ ਪੱਲਾ ਜੀ ਫਿਰ ਸਤਿਗੁਰੂ ਜੀ ਨਾਲ ਸਾਰੇ ਸਿੱਖਾਂ ਸਮੇਤ ਮਾਤਾ ਸੰਤੀ ਜੀ ਨੂੰ ਆਣ ਕੇ ਦਰਸ਼ਨ ਦਿੱਤੇ। ਮਾਤਾ ਸੰਤੀ ਜੀ ਵੀ ਬਹੁਤ ਖੁਸ਼ ਹੋਏ, ਪ੍ਰਸੰਨ ਹੋਏ, ਜਿਨ੍ਹਾਂ ਨੇ ਆਪਣੇ ਬੱਚੇ ਨੂੰ ਇਸ ਪਾਸੇ ਜੋੜਿਆ ਸੀ। ਅੱਜ ਹੋਰ ਵੀ ਖੁਸ਼ੀ ਦੀ ਹੱਦ ਨਹੀਂ ਰਹੀ। ਸਤਿਗੁਰਾਂ ਨੇ ਆਖਿਆ ਭਾਈ ਅਸੀਂ ਲੰਗਰ ਛਕਣਾ ਹੈ। ਮਾਤਾ ਸੰਤੀ ਜੀ ਨੇ, ਬਾਬਾ ਪੱਲਾ ਜੀ ਨੇ
ਜੋ ਵੀ ਘਰ ਵਿੱਚ ਸੀ ਉਹ ਲੰਗਰ ਤਿਆਰ ਕਰਕੇ ਤੇ ਸਤਿਗੁਰਾਂ ਦੇ ਅੱਗੇ ਆਣ ਸਮਰਪਣ ਕੀਤਾ। ਸਤਿਗੁਰੂ ਜੀ ਕਹਿਣ ਲੱਗੇ ਪਹਿਲੋਂ ਨਗਰ ਵਾਲਿਆਂ ਨੂੰ ਛਕਾਉਣਾ ਹੈ, ਅਸੀਂ ਬਾਅਦ ਵਿੱਚ ਛਕਾਂਗੇ। ਤੇ ਮੰਨਿਆ ਜਾਂਦਾ ਵੀ ਪਹਿਲੋਂ ਨਗਰ ਵਾਲਿਆਂ ਨੂੰ ਸੱਦ ਕੇ ਬਾਬਾ ਪੱਲਾ ਜੀ ਨੇ ਇਹ ਲੰਗਰ ਛਕਾਇਆ। ਭਾਵੇਂ ਕਿ ਲੋਕਾਂ ਦੇ ਮਨ ਵਿੱਚ ਸੀ ਵੀ ਇਹਨਾਂ ਦੇ ਘਰ ਕਿੰਨਾ ਕੁ ਪ੍ਰਸ਼ਾਦਾ ਤੇ ਕਿੰਨੀ ਕੁ ਦਾਲ ਹੋਣੀ ਹੈ, ਅਸੀਂ ਤੇ ਛਕ ਲੈਣੀ, ਗੁਰੂ ਤੇ ਸਿੱਖ ਇਹਨਾਂ ਦੇ ਭੁੱਖੇ ਰਹਿਣਗੇ। ਪਰ ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬਹੂ ਝੂਰੀ ਹੈ। ਜਿੱਥੇ ਮੇਰੀ ਪੀਰੀ ਦਾ ਮਾਲਕ ਆ ਬੈਠਾ ਹੋਵੇ ਉੱਥੇ ਕਿਸੇ ਗੱਲ ਦੀ ਘਾਟ ਨਹੀਂ ਆ ਸਕਦੀ। ਸਤਿਗੁਰੂ ਪਾਤਸ਼ਾਹ ਦੇ ਹੁਕਮ ਦੇ ਨਾਲ ਲੰਗਰ ਵਰਤਾਇਆ ਗਿਆ, ਸਾਰੇ ਪਿੰਡ ਨੂੰ ਲੰਗਰ ਛਕਾਇਆ ਗਿਆ। ਫਿਰ ਵਧਿਆ, ਫਿਰ ਬਾਬਾ ਪੱਲਾ ਜੀ ਸਮੇਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਅਤੇ ਉਹਨਾਂ ਦੇ ਸਿੱਖਾਂ ਨੇ ਛਕਿਆ। ਫਿਰ ਵੀ ਮੰਨਿਆ ਜਾਂਦਾ ਲੰਗਰ ਵੱਧ ਗਿਆ। ਉਹ ਜਿਹੜੇ ਪਿੰਡ ਵਾਲੇ ਵਿਰੋਧ ਕਰਦੇ ਸੀ ਜਾਂ ਗੁਰੂ ਘਰ ਨੂੰ ਨਹੀਂ ਸੀ ਮੰਨਦੇ, ਇਹ ਸਾਰਾ ਕੁਝ ਦੇਖ ਕੇ ਬੜੇ ਹੈਰਾਨ ਹੋਏ ਤੇ ਉਹਨਾਂ ਦਾ ਮਨ ਵੀ ਜਿਹੜਾ ਸੀ ਉਹ ਪੱਗਰ ਗਿਆ। ਸੋ ਉਹਨਾਂ ਨੇ ਵੀ ਆਪਣੇ ਆਪ ਨੂੰ ਸਰੈਂਡਰ ਕਰਦਿਆਂ ਹੋਇਆਂ ਗੁਰੂ ਘਰ ਦੇ ਸਮਰਪਣ ਕੀਤਾ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਥੇ ਬਾਬਾ ਪੱਲਾ ਜੀ ਨੂੰ ਬਖਸ਼ਿਸ਼ਾਂ ਵੀ ਕੀਤੀਆਂ। ਇੱਥੇ ਬਾਬਾ ਪੱਲਾ ਜੀ ਦਾ ਜਿਹੜਾ ਸੀ ਉਹ ਸਗਨ ਵੀ ਲੱਗਾ, ਉਹਨਾਂ ਦਾ ਆਨੰਦ ਕਾਰਜ ਹੋਇਆ। ਅੱਗੇ 4 ਪੁੱਤਰ ਵੀ ਉਹਨਾਂ ਦੇ ਘਰ ਵਿੱਚ ਪੈਦਾ ਹੋਏ ਅਤੇ ਉਹਨਾਂ ਦੀ ਜਿਹੜੀ ਪਰਿਵਾਰ ਦੀ ਅੰਸ਼ ਬੰਸ਼ ਹੈ, ਅੱਜ ਉਹ 15 ਅਤੇ 16 ਫੱਗਣ ਨੂੰ ਹਰੇਕ ਸਾਲ ਜਿਹੜਾ ਉਹ ਜੋੜ ਮੇਲਾ ਮਨਾਉਂਦੇ ਨੇ। ਹੋਰ ਵੀ ਇਲਾਕੇ ਤੋਂ ਦੂਰ ਰੇਡੀਓ ਅਮਰੀਕਾ ਇੰਗਲੈਂਡ ਤੋਂ ਸੰਗਤਾਂ ਜਿਹੜੀਆਂ ਪਹੁੰਚਦੀਆਂ ਨੇ। ਜੀ ਧੰਨਵਾਦ ਜੀ। ਸਾਡੇ ਨਾਲ ਬਾਬਾ ਜੀ ਮਲਕੀਤ ਸਿੰਘ ਜੀ ਨੇ, ਉਹਨਾਂ ਤੋਂ ਪੁੱਛਾਂਗੇ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇੱਥੇ ਆ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸੇਵਾ ਕਰਕੇ ਆਪਣਾ ਜਨਮ ਸਫਲਾ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਇਹੀ ਉਹ ਪਵਿੱਤਰ ਸਥਾਨ ਹੈ, ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਇੱਧਰ ਦਿਖਾਓ। ਇਹੀ ਉਹ ਪਵਿੱਤਰ ਸਥਾਨ ਹੈ ਜਿੱਥੇ ਹਰਗੋਬਿੰਦ ਸਾਹਿਬ ਮਹਾਰਾਜ 15 ਫੱਗਣ ਨੂੰ ਆਏ, ਜਿੱਥੇ ਹਰ ਸਾਲ ਹੀ ਬਹੁਤ ਵੱਡੀ ਤਾਦਾਦ ਦੇ ਵਿੱਚ ਸੇਵਾਵਾਂ ਹੁੰਦੀਆਂ ਨੇ, ਲੜੀਆਂ ਦੇ ਭੋਗ ਪਾਏ ਜਾਂਦੇ ਨੇ। ਅਨੇਕਾਂ ਹੀ ਇੱਥੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਣੇ ਨਤਮਸਤਕ ਹੁੰਦੀਆਂ ਨੇ ਤੇ ਆਪਣੀ ਸੇਵਾ ਨੂੰ ਸਫਲਾ ਕਰਦੀਆਂ ਨੇ। ਕੈਮਰਾਮੈਨ ਖੁਸ਼ਦੀਪ ਸਿੰਘ, ਸਤਨਾਮ ਸਿੰਘ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।